ਹੈਲੋ ਸਟੂਡੈਂਟਸ, ਅੱਜ ਅਸੀਂ 8ਵੀਂ ਕਲਾਸ ਦਾ 4th ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ। ਚੈਪਟਰ ਦਾ ਨਾਮ ਹੈ ਪ੍ਰੈਕਟੀਕਲ ਜਿਓਮੈਟਰੀ। ਬੱਚਿਓ, ਇਸ ਚੈਪਟਰ ਦੇ ਵਿੱਚ ਅਸੀਂ ਇੱਕ ਚਤੁਰਭੁਜ ਦੀ ਰਚਨਾ ਕਰਾਂਗੇ। ਇਸ ਚੈਪਟਰ ਦੇ ਵਿੱਚ 5 ਐਕਸਰਸਾਈਜ਼ ਹਨ। ਸਾਰੀਆਂ ਦੀਆਂ ਸਾਰੀਆਂ ਐਕਸਰਸਾਈਜ਼ ਦੇ ਵਿੱਚ ਹੀ ਅਸੀਂ ਜਿਹੜੀ ਆਪਣਾ ਚਤੁਰਭੁਜ ਹੈ, ਕੁਆਡਰੀਲੇਟਰਲ ਹੈ, ਉਸ ਦੀ ਰਚਨਾ ਕਰਨੀ ਹੈ। ਤਾਂ ਪਹਿਲਾਂ ਤੁਹਾਨੂੰ ਇੱਕ ਗੱਲ ਇਹ ਯਾਦ ਰੱਖਣ ਯੋਗ ਹੈ, ਜਿਹੜੀ ਤੁਸੀਂ ਧਿਆਨ 'ਚ ਰੱਖਣੀ ਹੈ, ਯਾਦ ਰੱਖਣੀ ਹੈ। ਇੱਕ ਦੋ ਇਹਦੀਆਂ ਸਟੈਪ ਉਹ ਨੇਗੀਆਂ ਜਿਹੜੀਆਂ ਤੁਸੀਂ 1 ਮਾਰਕਸ ਲਈ ਵੀ ਯਾਦ ਰੱਖਣੀਆਂ ਨੇ ਕਿ ਕਿਸੇ ਵੀ ਚਤੁਰਭੁਜ ਨੂੰ ਬਣਾਉਣ ਲਈ ਸਾਨੂੰ ਘੱਟੋ ਘੱਟ 5 ਮੈਜਰਮੈਂਟਸ ਚਾਹੀਦੀਆਂ ਨੇ। ਕਿੰਨੀਆਂ ਚਾਹੀਦੀਆਂ? 5 ਮੈਜਰਮੈਂਟਸ ਚਾਹੀਦੀਆਂ ਨੇ। 5 ਮਾਪ ਚਾਹੀਦੇ ਨੇ। 5 ਤੋਂ ਜ਼ਿਆਦਾ ਤਾਂ ਹੋ ਸਕਦੇ ਹੈ, ਪਰ 5 ਤੋਂ ਘੱਟ ਨਹੀਂ ਹੋ ਸਕਦੇ। ਇਹਦਾ ਮਤਲਬ ਕੀ ਹੈ ਕਿ ਜਦੋਂ ਅਸੀਂ ਇੱਕ ਚਤੁਰਭੁਜ ਬਣਾਉਂਦੇ ਹਾਂ ਤਾਂ ਚਤੁਰਭੁਜ ਦੇ ਦੇਖੋ ਬਹੁਤ ਸਾਰੇ ਪਾਰਟ ਹੁੰਦੇ ਨੇ। ਦੇਖੋ, ਚਤੁਰਭੁਜ ਦੇ ਵਿੱਚ 4 ਸਾਈਡਸ ਹੁੰਦੀਆਂ, 4 ਐਂਗਲਸ ਹੁੰਦੇ ਆ, ਠੀਕ ਹੈ, ਐਂਗਲਸ ਹੁੰਦੇ ਆ, 2 ਡਾਇਗਨਲਸ ਹੁੰਦੇ ਆ। ਤਾਂ ਇਹ ਟੋਟਲ ਕਿੰਨੀਆਂ ਮੇਨ ਚੀਜ਼ਾਂ ਇਹ ਹੁੰਦੀਆਂ ਨੇ? ਤਾਂ ਇਹ 10 ਚੀਜ਼ਾਂ ਬਣ ਗਈਆਂ, 10 ਮੈਜਰਮੈਂਟ ਬਣ ਗਿਆ ਨਾ। ਪਰ ਸਾਨੂੰ 10 ਮੈਜਰਮੈਂਟਸ ਦੇ ਵਿੱਚੋਂ ਕੋਈ 5 ਚਾਹੀਦੀਆਂ ਨੇ, 5 ਜਾਂ 5 ਤੋਂ ਜ਼ਿਆਦਾ ਚਾਹੀਦੀਆਂ ਨੇ। 5 ਤੋਂ ਘੱਟ ਜੇ ਸਾਨੂੰ ਮੈਜਰਮੈਂਟਸ ਪਤਾ ਹੋਣ ਤਾਂ ਅਸੀਂ ਇੱਕ ਚਤੁਰਭੁਜ ਹੈ ਜਿਹੜੀ ਉਹ ਨਹੀਂ ਬਣਾ ਸਕਦੇ। ਇਹ ਕੁਐਸਚਨ ਹੈ ਜਿਹੜਾ 1 ਨੰਬਰ 'ਚ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ ਇੱਕ ਚਤੁਰਭੁਜ ਨੂੰ ਬਣਾਉਣ ਲਈ ਸਾਨੂੰ ਕਿੰਨੇ ਮਾਪਾਂ ਦੀ ਲੋੜ ਪੈਂਦੀ ਹੈ। ਹਾਊ ਮੈਨੀ ਮੈਜਰਮੈਂਟਸ ਡੂ ਵੀ ਨੀਡ, ਹਾਊ ਮੈਨੀ ਮੈਜਰਮੈਂਟਸ ਡੂ ਵੀ ਨੀਡ ਟੂ ਕੰਸਟਰਕਟ ਅ ਕੁਆਡਰੀਲੇਟਰਲ। ਹਾਊ ਮੈਨੀ ਮੈਜਰਮੈਂਟਸ ਡੂ ਵੀ ਨੀਡ ਟੂ ਕੰਸਟਰਕਟ ਅ ਕੁਆਡਰੀਲੇਟਰਲ। ਤਾਂ ਤੁਸੀਂ ਆਨਸਰ ਕੀ ਲੈਣਾ ਹੈਗਾ? ਉਹਦਾ 5 ਲਗਾਉਣਾ ਹੈ। ਤਾਂ 5 ਜਿਹੜੀਆਂ ਸਾਨੂੰ ਮੈਜਰਮੈਂਟਸ ਹੈ ਉਹ ਜਿਹੜੀਆਂ ਚਾਹੀਦੀਆਂ ਨੇ ਘੱਟੋ ਘੱਟ ਇੱਕ ਕੁਆਡਰੀਲੇਟਰ ਨੂੰ ਬਣਾਉਣ ਲਈ। ਇਸ ਸਾਰੇ ਚੈਪਟਰ ਦੇ ਵਿੱਚ ਬੱਚਿਓ ਅਸੀਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਚਤੁਰਭੁਜ ਬਣਾਉਣੇ ਸਿੱਖਾਂਗੇ ਤੇ ਬਹੁਤ ਆਸਾਨ ਚੈਪਟਰ ਹੈ। ਮੈਂ ਤੁਹਾਨੂੰ ਇੱਕ ਰਿਕੁਐਸਟ ਕਰਨਾ ਚਾਹੁੰਦੀ ਹਾਂ ਬੱਚਿਓ, ਇੱਕ ਤਾਂ ਤੁਸੀਂ ਜਿਹੜਾ ਜਦੋਂ ਮੈਂ ਇਹ ਚੈਪਟਰ ਕਰਵਾ ਰਹੀ ਹਾਂ ਤਾਂ ਤੁਸੀਂ ਪੱਕੀ ਕਾਪੀ ਜਿਹੜੀ ਆਪਣੀ ਤੁਹਾਡੀ ਕਾਪੀ ਹੈ ਉਹ ਨਾਲ ਲੈ ਕੇ ਬੈਠਣੀ ਹੈ ਤੇ ਨਾਲ ਨਾਲ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਇਹਨਾਂ ਨੂੰ। ਫਿਰ ਤੁਹਾਨੂੰ ਬਹੁਤ ਜਲਦੀ ਆ ਜਾਣਗੇ ਕੰਸਟਰਕਸ਼ਨ। ਇਹ ਜੇ ਨਾਲ ਨਾਲ ਬਣਾਓਗੇ ਨਾ, ਜਿਵੇਂ ਜਿਵੇਂ ਮੈਂ ਬਣਾਉਂਗੀ ਤੁਸੀਂ ਵੀ ਨਾਲ ਨਾਲ ਬਣਾਉਣਾ। ਤਾਂ ਉਹਦੇ ਲਈ ਪਹਿਲਾਂ ਤੁਸੀਂ ਦੇਖੋ ਤਿਆਰੀ ਕਰਕੇ ਕੀ ਰੱਖਣੀ ਹੈ। ਜਿਹੜੀ ਤੁਹਾਡੀ ਕੰਪਸ ਹੈ ਔਰ ਜੋ ਪੈਨਸਿਲ ਹੈ, ਪੈਨਸਿਲ ਨੂੰ ਕਾਫੀ ਅੱਛੀ ਤਰ੍ਹਾਂ ਸ਼ਾਰਪ ਕਰਕੇ ਇਹਨਾਂ ਦੇ ਦੋਨੋਂ ਦਾ ਜਿਹੜਾ ਲੈਵਲ ਹੈ ਉਹ ਇਕੁਅਲ ਰੱਖਣਾ। ਦੇਖੋ, ਠੀਕ ਹੈ। ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਸਕੇਲ ਵਧੀਆ ਕੁਆਲਿਟੀ ਦਾ ਚਾਹੀਦਾ ਹੈ। ਸਕੇਲ ਵਿੱਚ ਬੇਟੇ ਦੇਖੋ, ਸਕੇਲ ਕੀ ਹੁੰਦਾ, ਕਈ ਵਾਰ ਸਕੇਲ ਦੇ ਵਿੱਚ ਨਾ ਅੱਗੇ 0 ਦੀ ਮੈਜਰਮੈਂਟ ਨਹੀਂ ਲਿਖੀ ਹੁੰਦੀ। ਦੇਖੋ ਇਹਦੇ ਵਿੱਚ 0 ਦਿਖ ਰਿਹਾ ਨਾ ਤੁਹਾਨੂੰ ਸਾਰਿਆਂ ਨੂੰ, ਤੇ ਕਈ ਵਾਰ ਇੱਥੇ 0 ਦਾ ਮਾਰਕ ਨਹੀਂ ਲਗਾਇਆ ਵਾ ਹੁੰਦਾ। ਕੋਈ ਵੀ ਤੁਸੀਂ ਲਾਈਨ ਡਰਾਅ ਕਰਨੀ ਹੈ ਨਾ ਤਾਂ ਤੁਸੀਂ 0 ਤੋਂ ਸਟਾਰਟ ਕਰਨੀ ਹੈ। ਤਾਂ ਇਸ ਲਈ ਸਕੇਲ ਹੈ ਜਿਹੜਾ ਉਹ ਦੇਖ ਕੇ ਲੈਣਾ ਹੈਗਾ, ਅੱਛੀ ਕੁਆਲਿਟੀ ਦਾ ਲੈਣਾ। ਤਾਂ ਇਸ ਤੋਂ ਬਾਅਦ ਅਸੀਂ ਜਿਹੜਾ ਕੁਐਸਚਨ ਹੈ ਉਹ ਅਸੀਂ ਸਟਾਰਟ ਕਰਾਂਗੇ। ਅਸੀਂ ਐਕਸਰਸਾਈਜ਼ 4.1 ਐਕਸਰਸਾਈਜ਼ ਹੈ ਜਿਹੜੀ 4.1 ਹੈ, ਜਿਹੜੀ ਐਕਸਰਸਾਈਜ਼ 4.1 ਹੈ ਬੱਚਿਓ। ਇਹਦਾ ਫਸਟ ਕੁਐਸਚਨ ਕਰਕੇ ਦੇਖਾਂਗੇ। ਇਹਦੇ ਵਿੱਚ ਦੇਖੋ ਆਪਾਂ ਨੂੰ ਕੀ ਕਿਹਾ ਹੈਗਾ, ਕੰਸਟਰਕਟ ਅ ਕੁਆਡਰੀਲੇਟਰਲ ABCD in which AB is equal to 4.5 centimeter, BC is equal to 5.5 centimeter, CD is equal to 4 centimeter, AD is equal to 6 centimeter। ਇਸ ਤੋਂ ਬਾਅਦ 5th ਜਿਹੜਾ ਮੈਜਰਮੈਂਟ ਦਿੱਤਾ ਹੋਇਆ that is AC is equal to 7 centimeter। ਤੁਸੀਂ ਦੇਖੋ ਤਾਂ ਇਹਦੇ ਵਿੱਚ ਦੇਖੋ 5 ਹੁਣ ਮੈਜਰਮੈਂਟਸ ਹੋ ਗਈਆਂ ਕਿ ਨਹੀਂ? 5 ਆਪਾਂ ਨੂੰ ਦਿੱਤੀਆਂ ਹੋਈਆਂ। ਜੇ 5 ਤੋਂ ਘੱਟ ਇਹ ਹੁਣ ਆਪਾਂ ਜਿਹੜੀ ਕੁਆਡਰੀਲੇਟਰਲ ਆ ਉਹ ਬਣਾ ਨਹੀਂ ਸਕਦੇ। ਇਸ ਤੋਂ ਬਾਅਦ ਤੁਸੀਂ ਜਿੰਨੇ ਵੀ ਕੁਐਸਚਨ ਕਰੋਗੇ ਤਾਂ ਤੁਸੀਂ ਇੱਕ ਗੱਲ ਧਿਆਨ 'ਚ ਰੱਖਣੀ ਹੈ, ਤੁਸੀਂ ਇਸ ਮੈਜਰਮੈਂਟਸ ਦੇ ਅਕੋਰਡਿੰਗ ਇੱਕ ਰਫ ਡਾਇਗਰਾਮ ਬਣਾਉਣਾ ਹੈ। ਰਫ ਡਾਇਗਰਾਮ ਦਾ ਮਤਲਬ ਕਿ ਜਦੋਂ ਤੁਸੀਂ ਕੁਆਡਰੀਲੇਟਰ ਬਣਾ ਰਹੇ ਹੋ ਬਸ ਇਸ ਤਰ੍ਹਾਂ ਕਰਕੇ ਇੱਕ ਚੌਰਸ ਹੈ ਜਿਹੜਾ ਇੱਕ ਕੋਈ ਕਿਸੇ ਵੀ ਸ਼ੇਪ ਦਾ ਤੁਸੀਂ ਇੱਕ ਕੁਆਡਰੀਲੇਟਰ ਪਹਿਲਾਂ ਡਰਾਅ ਕਰ ਲੈਣਾ ਹੈ। ਉਹਦਾ ਨਾਮ ਇਹਨਾਂ ਨੇ ABCD ਕਿਹਾ ਤਾਂ ਤੁਸੀਂ ABCD ਰੱਖ ਲਿਆ। ਇਹ ਬਹੁਤ ਜ਼ਰੂਰੀ ਸਟੈਪ ਹੈ। ਜੇ ਤੁਸੀਂ ਰਫ ਡਾਇਗਰਾਮ ਬਣਾਓਗੇ ਤਾਂ ਤੁਹਾਡਾ ਅੱਧਾ ਸਵਾਲ ਹੈ ਜਿਹੜਾ ਇੱਥੋਂ ਹੀ ਤੁਹਾਨੂੰ ਸਮਝ ਲੱਗ ਜਾਏਗੀ ਵੀ ਅਸੀਂ ਕੰਸਟਰਕਸ਼ਨ ਕਿਵੇਂ ਕਰਨੀ ਹੈ। ਹੁਣ ਦੇਖੋ ਸਾਰੇ ਮੈਜਰਮੈਂਟ ਹੈ ਜਿਹੜੇ ਇਹਦੇ 'ਤੇ ਲਿਖੇ ਹੋਏ ਨੇ ਜੋ ਉਹ ਤੁਸੀਂ ਇਹਦੇ 'ਤੇ ਲਿਖੋ। AB is equal to 4.5, BC is equal to 5.5, BC 5.5, CD 4, AD 6 and AC is equal to 7। ਦੇਖੋ AC ਇੱਕ ਡਾਇਗਨਲ ਹੈ, ਠੀਕ ਹੈ। ਚਾਰੋਂ ਸਾਈਡਸ ਤੇ ਇੱਕ ਡਾਇਗਨਲ ਦਿੱਤਾ ਹੋਇਆ ਹੈਗਾ, ਪਰ ਆਪਾਂ ਨੂੰ ਕੀ ਗਿਵਨ ਹੈ? 4 ਸਾਈਡਸ plus 1 ਡਾਇਗਨਲ।
ਇਹ ਗਿਵਨ ਆਪਾਂ ਨੂੰ। ਠੀਕ ਹੈ, ਇਹਦੇ ਨਾਲ ਕੀ ਹੈ ਬੇਟੇ, ਤੁਹਾਨੂੰ ਪਤਾ ਲੱਗ ਜਾਏਗਾ ਵੀ ਅਸੀਂ ਜਿਹੜੀਆਂ ਆਰਕਸ ਨੇ, ਆਪਾਂ ਚਾਪਾਂ ਨੇ ਜਿਹੜੀਆਂ, ਆਪਾਂ ਕਿੱਧਰੋਂ ਕਿੱਧਰ ਲਗਾਉਣੀਆਂ ਨੇ। ਠੀਕ ਹੈ, ਮੈਂ ਇੱਕ ਅੱਖਰ ਯੂਜ਼ ਕਰੂੰਗੀ ਆਰਕ। ਠੀਕ ਹੈ, ਪੰਜਾਬੀ 'ਚ ਇਸ ਨੂੰ ਕਹਿੰਦੇ ਨੇ ਚਾਪ। ਠੀਕ ਹੈ ਬੇਟੇ, ਇਹਨੂੰ ਧਿਆਨ 'ਚ ਰੱਖਣਾ। ਹੁਣ ਆਪਾਂ ਇਸ ਨੂੰ ਬਣਾਉਣਾ ਸਟਾਰਟ ਕਰਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਇਸ ਡਾਇਗਰਾਮ ਨੂੰ ਤੁਸੀਂ ਧਿਆਨ 'ਚ ਰੱਖਣਾ। ਦੇਖੋ, ਇਹ ਰਫ ਡਾਇਗਰਾਮ ਬਣਾਉਣ ਦਾ ਇੱਕ ਫਾਇਦਾ ਕੀ ਹੈ ਕਿ ਸਾਨੂੰ ਵਾਰ-ਵਾਰ ਇੱਕ ਤਾਂ ਬੁੱਕ ਨਹੀਂ ਚੱਕਣੀ ਪੈਂਦੀ ਕਿ ਕਿਹੜੀ ਲਾਈਨ ਕਿੰਨੀ ਦਿੱਤੀ ਹੋਈ ਸੀ, ਕਿਹੜਾ ਮੈਜਰਮੈਂਟ ਅਸੀਂ ਕਿੰਨਾ ਲਿਆ। ਇਹ ਰਫ ਡਾਇਗਰਾਮ ਤੇ ਆਪਾਂ ਸਾਰਾ ਕੁਝ ਲਿਖ ਲਿਆ। ਹੁਣ ਬੁੱਕ ਨੂੰ ਤੁਸੀਂ ਸਾਈਡ ਤੇ ਰੱਖ ਸਕਦੇ ਹੋ। ਹੁਣ ਸਾਡਾ ਅਗਲਾ ਕੰਮ ਹੈ ਜੋ ਕੰਸਟਰਕਸ਼ਨ ਕਰਨ ਵਾਲਾ ਰਹਿ ਜਾਊਗਾ। ਤਾਂ ਸਭ ਤੋਂ ਪਹਿਲਾਂ ਦੇਖੋ, ਆਪਾਂ AB ਲਾਈਨ ਡਰਾ ਕਰਦੇ ਹਾਂ। AB 4.5 ਸੈਂਟੀਮੀਟਰ। AB 4.5। ਦੇਖੋ ਬੱਚੋ, ਜੋ ਵੀ ਤੁਸੀਂ ਲਾਈਨ ਸਟਾਰਟ ਕਰਨੀ ਹੈ ਉਹ ਤੁਸੀਂ 0 ਤੋਂ ਸਟਾਰਟ ਕਰਨੀ ਹੈ। ਦੇਖੋ, ਆ 0 ਹੈ, 0 ਤੋਂ ਲੈ ਕੇ 4.5 ਤੱਕ ਤੁਸੀਂ ਇੱਕ ਲਾਈਨ ਡਰਾ ਕੀਤੀ ਹੈ। ਇਸ ਲਾਈਨ ਦਾ ਨਾਮ ਤੁਸੀਂ ਰੱਖਿਆ ਹੈਗਾ AB। ਹੁਣ AB ਦਾ ਤੁਹਾਡੇ ਕੋਲੇ ਆ ਗਿਆ। ਹੁਣ ਤੁਸੀਂ C ਪੁਆਇੰਟ ਲੱਭਣਾ ਤੇ D ਪੁਆਇੰਟ ਲੱਭਣਾ ਤਾਂ ਕਿ ਤੁਸੀਂ ਇਸ ਨੂੰ ਪੂਰਾ ਕਰ ਸਕੋ। ਹੁਣ ਤੁਹਾਡੇ ਮਨ 'ਚ ਕੀ ਆਏਗਾ, ਪਹਿਲਾਂ ਮੈਂ C ਲੱਭਾਂ ਕਿ D ਲੱਭਾਂ? ਤਾਂ ਇੱਥੇ ਤੁਸੀਂ ਇਹ ਯਾਦ ਰੱਖਣਾ ਹੈ ਕਿ ਜਿੱਥੇ ਤੁਹਾਡੀ ਐਕਸੈਸ 2 ਪੁਆਇੰਟਸ ਤਰ੍ਹਾਂ ਹੀ ਬਣਦੀ ਹੈ, 2 ਲਾਈਨਾਂ ਜਾ ਰਹੀਆਂ ਨੇ ਜਿਹੜੇ ਪੁਆਇੰਟ ਤੇ, ਪਹਿਲਾਂ ਉਹ ਪੁਆਇੰਟ ਲੱਭਿਆ ਜਾਊਗਾ। ਦੇਖੋ, ਆਪਣੇ ਕੋਲੇ D ਤਾਂ ਹੈ ਹੀ ਨਹੀਂ, C ਵੀ ਹੈ ਨਹੀਂ, ਤਾਂ ਆਪਾਂ ਜਿੰਨੀ ਉਨੀ ਦੇਰ ਤੱਕ ਕੋਈ ਪੁਆਇੰਟ ਵੀ ਫਿਕਸ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਉਹਦੇ ਤੇ 2 ਆਰਕਸ ਕੱਟਣ ਨਾ। ਕੀ ਆਪਾਂ ਦੇਖਣੀਆਂ ਨੇ 2 ਆਰਕਸ। ਠੀਕ ਹੈ, 2 ਆਰਕਸ ਲੈ ਕੇ ਜਾਣੀਆਂ ਨੇ। ਹੁਣ A ਤੇ B ਤੋਂ 2 ਆਰਕਸ ਕਿੱਧਰ ਨੂੰ ਜਾਂਦੀਆਂ ਨੇ, C ਨੂੰ ਕਿ D ਤੋਂ? D ਨੂੰ। ਤਾਂ ਆਪਾਂ ਦੇਖਾਂਗੇ C ਵੱਲ ਨੂੰ ਜਾ ਰਹੀਆਂ ਨੇ। ਦੇਖੋ, A ਤੋਂ ਵੀ C ਨੂੰ ਆਰਕ ਜਾ ਰਹੀ ਹੈ ਤੇ B ਤੋਂ ਵੀ C ਨੂੰ ਆਪਣੇ ਕੋਲੇ ਡਿਸਟੈਂਸ ਗਿਵਨ ਹੈ। ਤੇ ਫਿਰ ਆਪਾਂ ਪਹਿਲਾਂ ਹੁਣ ਕਿਹੜਾ ਪੁਆਇੰਟ ਲੱਭਾਂਗੇ? C ਪੁਆਇੰਟ ਲੱਭਾਂਗੇ। ਤਾਂ ਦੇਖੋ, ਹੁਣ ਉਹਦੇ ਲਈ ਕੀ ਕਰਨਾ ਪਊਗਾ ਆਪਾਂ ਨੂੰ? A ਤੋਂ C ਦਾ ਡਿਸਟੈਂਸ ਕਿੰਨਾ ਗਿਵਨ ਹੈ? 7 ਸੈਂਟੀਮੀਟਰ। ਤਾਂ ਮੈਂ ਪ੍ਰਕਾਰ ਲੈ ਕੇ ਕੀ ਕਰੂੰਗੀ, 7 ਸੈਂਟੀਮੀਟਰ ਹੈ ਜਿਹੜਾ ਇਹ ਆਪਣਾ 7 ਸੈਂਟੀਮੀਟਰ। ਦੇਖੋ, ਮੈਂ ਸਕੇਲ ਨਾਲ 7 ਸੈਂਟੀਮੀਟਰ ਹੈ ਜਿਹੜਾ ਉਹ ਪ੍ਰਕਾਰ ਹੈ ਜਿਹੜੀ ਉਹ ਮੈਂ ਖੋਲ ਲਈ। ਠੀਕ ਹੈ, 7 ਸੈਂਟੀਮੀਟਰ। ਇਹ ਆਰਕ ਲਗਾਣੀ ਹੈ ਇੱਕ A ਤੇ ਰੱਖ ਕੇ, A ਤੋਂ C ਵਾਲੀ ਸਾਈਡ ਤੇ ਇੱਧਰ। ਠੀਕ ਹੈ, ਤਾਂ ਇਹ ਮੇਰੀ ਕੀ ਹੋਗੀ, 7 ਸੈਂਟੀਮੀਟਰ ਦੀ ਆਰਕ ਲੱਗ ਗਈ। A ਤੋਂ C ਦਾ ਡਿਸਟੈਂਸ ਕਿਉਂਕਿ 7 ਸੈਂਟੀਮੀਟਰ ਹੈ। ਫਿਰ ਇਸ ਤੋਂ ਬਾਅਦ B ਤੋਂ C ਦਾ ਡਿਸਟੈਂਸ ਕਿੰਨਾ ਹੈ? 5.5। ਫਿਰ ਤੁਸੀਂ ਕੀ ਕਰਨਾ ਹੈ, 5.5 ਕੰਪਸ ਖੋਲ ਲਓ। ਦੇਖੋ, ਮੈਂ ਹੁਣ ਕਿੰਨਾ ਖੋਲਿਆ, ਪਹਿਲਾਂ 7 ਖੁੱਲੀ ਹੋਈ ਸੀ ਮੇਰੇ ਕੋਲੇ, ਫਿਰ ਮੈਂ ਕੀ ਕੀਤਾ ਹੈਗਾ 5.5 ਖੋਲ ਲਈ। ਠੀਕ ਹੈ, 5.5 ਖੋਲ ਕੇ ਤਾਂ ਮੈਂ ਹੁਣ ਇਹ B ਤੋਂ ਰੱਖ ਕੇ ਆਰਕ ਲਗਾਣੀ ਹੈ ਆਪਾਂ ਨੇ। ਠੀਕ ਹੈ, ਤਾਂ B ਤੋਂ C ਦੀ ਡਿਸਟੈਂਸ ਕਿੰਨਾ ਸੀ? 5.5। ਇਸ ਲਈ ਮੈਂ B ਤੋਂ ਜਿਹੜੀ ਆਰਕ ਲਗਾਈ ਹੈ, ਚਾਪ ਲਗਾਈ ਹੈ, ਉਹ ਕਿੰਨੇ ਦੀ ਲਗਾਈ ਹੈ? 5.5 ਦੀ। ਔਰ A ਤੋਂ C ਦਾ ਡਿਸਟੈਂਸ ਕਿੰਨਾ ਸੀਗਾ? 7। ਤਾਂ ਇਸ ਲਈ ਮੈਂ C ਤੋਂ ਕਿੰਨੇ ਦੀਆਂ ਲਗਾਈਆਂ ਨੇ? 7 ਸੈਂਟੀਮੀਟਰ ਦੀਆਂ। ਹੁਣ ਆਪਣੇ ਕੋਲੇ ਦੇਖੋ C ਪੁਆਇੰਟ ਆ ਗਿਆ। ਇਹ ਰਫ ਡਾਇਗਰਾਮ ਦੀ ਹੈਲਪ ਨਾਲ ਹੀ ਤੁਹਾਨੂੰ ਪਤਾ ਲੱਗਿਆ ਕਿ ਅਸੀਂ C ਪੁਆਇੰਟ ਹੈ ਜੋ ਪਹਿਲਾਂ ਲੱਭਣਾ ਹੈ। ਠੀਕ ਹੈ, ਕਿਸੇ ਸਵਾਲ 'ਚ ਤੁਸੀਂ C ਪੁਆਇੰਟ ਪਹਿਲਾਂ ਲੱਭੋਗੇ, ਕਿਸੇ 'ਚ D ਪੁਆਇੰਟ, ਤਾਂ ਤੁਹਾਨੂੰ ਕਿਵੇਂ ਪਤਾ ਲੱਗੂਗਾ? ਤੁਹਾਨੂੰ ਰਫ ਡਾਇਗਰਾਮ ਤੋਂ ਆਈਡੀਆ ਹੋ ਜਾਏਗਾ ਕਿ ਜਿਹੜੀ ਬੇਸ ਲਾਈਨ ਹੈ ਆਪਣੇ ਕੋਲੇ AB, ਉਦੋਂ ਤੋਂ ਸਾਨੂੰ ਕਿਹੜਾ ਪੁਆਇੰਟ ਹੈ ਜਿਹੜਾ ਉਸ ਤੋਂ 2 ਪੁਆਇੰਟ, ਜਿਹੜੇ 2 ਮਾਪ ਦਿੱਤੇ ਹੋਏ ਨੇ ਜਿਹੜੇ ਪੁਆਇੰਟ ਦੇ, ਆਪਾਂ ਉਹ ਪੁਆਇੰਟ ਹੈ ਜਿਹੜਾ ਪਹਿਲਾਂ ਪਤਾ ਕਰਾਂਗੇ। ਤਾਂ ਹੁਣ ਆਹ ਪੁਆਇੰਟ ਕੀ ਹੋ ਗਿਆ ਬੇਟੇ? C ਹੋ ਗਿਆ। ਹੁਣ ਅਸੀਂ ਕਿਹੜਾ ਪੁਆਇੰਟ ਰਹਿ ਗਿਆ? D ਦੀ ਆਪਾਂ ਨੂੰ ਲੋਕੇਸ਼ਨ ਵੀ ਪਤਾ, ਇੱਧਰਲੇ ਸਾਈਡ ਤੇ ਬਣੇਗਾ। ਠੀਕ ਹੈ, ਇੱਧਰ ਵੀ ਨਹੀਂ ਬਣ ਸਕਦਾ। ਇਹ ਵੀ ਸਾਨੂੰ ਆਈਡੀਆ ਕਿੱਥੋਂ ਲੱਗਿਆ? ਰਫ ਡਾਇਗਰਾਮ ਤੋਂ, ਕਿ ਹੁਣ ਜਿਹੜੀ ਅਸੀਂ ਹੁਣ ਅਗਲੀਆਂ ਆਰਕਸ ਲਗਾਉਣੀਆਂ ਨੇ ਉਹ ਇੱਧਰਲੀ ਸਾਈਡ ਤੇ ਲਗਾਉਣੀਆਂ ਨੇ, ਨਾ ਕਿ ਇੱਧਰਲੇ ਪਾਸੇ। ਠੀਕ ਹੈ, ਰਫ ਡਾਇਗਰਾਮ ਦੇ ਸਾਨੂੰ ਬਹੁਤ ਸਾਰੇ ਫਾਇਦੇ ਨੇ ਤੇ ਇਹ ਛੋਟਾ ਜਿਹਾ ਬਣਾ ਲੈਣਾ ਹੁੰਦਾ ਹੈਗਾ। ਹੁਣ ਅਸੀਂ D ਲੱਭਣਾ ਹੈ। ਠੀਕ ਹੈ, D ਲੱਭਣ ਵਾਸਤੇ ਸਾਨੂੰ ਕੀ ਉਹੀ ਰੂਲ ਉਹੀ ਹੈ ਕਿ ਕੋਈ ਵੀ ਪੁਆਇੰਟ ਉਨੀ ਦੇਰ ਤੱਕ ਫਿਕਸ ਨਹੀਂ ਹੁੰਦਾ ਜਿੰਨੀ ਦੇਰ ਉੱਥੇ ਤੇ 2 ਲਾਈਨਾਂ ਨਾ ਮਿਲਣ, 2 ਲਾਈਨਾਂ ਨਾ ਮਿਲਣ। ਠੀਕ ਹੈ, 2 ਆਰਕਸ, 2 ਲਾਈਨਾਂ, ਇੱਕ ਲਾਈਨ, ਇੱਕ ਆਰਕ, ਕੁਝ ਵੀ ਹੋਵੇ, 2 ਚੀਜ਼ਾਂ ਦਾ ਆਪਸ ਵਿੱਚ ਕੱਟਣਾ ਜ਼ਰੂਰੀ ਹੈ। ਤਾਂ ਹੁਣ D ਤੇ ਇੱਥੇ ਕਿਹੜੀਆਂ 2 ਲਾਈਨਾਂ ਪਹੁੰਚ ਰਹੀਆਂ ਨੇ? ਦੇਖੋ ਬੇਟੇ, D ਤੇ ਇੱਕ ਤਾਂ A ਤੋਂ ਲਾਈਨ ਪਹੁੰਚ ਰਹੀ ਹੈ, ਇੱਕ C ਤੋਂ ਪਹੁੰਚ ਰਹੀ ਹੈ। ਤਾਂ ਅਸੀਂ ਕੀ ਕਰਾਂਗੇ, ਪਹਿਲਾਂ 4 ਸੈਂਟੀਮੀਟਰ ਖੋਲਾਂਗੇ, ਪ੍ਰਕਾਰ ਖੋਲਾਂਗੇ ਤੇ C ਤੋਂ ਇੱਧਰਲੇ ਪਾਸੇ ਨੂੰ ਇੱਕ ਆਰਕ ਲਗਾਵਾਂਗੇ। ਫਿਰ 6 ਸੈਂਟੀਮੀਟਰ ਖੋਲਾਂਗੇ, ਫਿਰ A ਤੋਂ ਰੱਖ ਕੇ ਇੱਥੇ। ਹੁਣ ਮੈਂ ਸਭ ਤੋਂ ਪਹਿਲਾਂ ਕੀ ਕਰੂੰਗੀ, 4 ਸੈਂਟੀਮੀਟਰ ਖੋਲੂੰਗੀ। ਤੁਸੀਂ ਪਹਿਲਾਂ 4 ਦੀ ਵੀ ਲਗਾ ਸਕਦੇ ਹੋ, 6 ਦੀ ਵੀ ਲਗਾ ਸਕਦੇ ਹੋ, ਜਿਵੇਂ ਮਰਜ਼ੀ ਲਗਾ ਸਕਦੇ ਹੋ।
ठीक है। तो अपने को मैं सी तो आर्क लगाई 4 सेंटीमीटर। देखो 4 दी सी तो क्यों लगाई है, क्योंकि सी तो डिस्टेंस डी का 4 है। फिर इस तो बाद मैं ए तो कितनी लगानी है 6 सेंटीमीटर। हुण मैं आपकी प्रकार है जी वो मैं 6 सेंटीमीटर, पहला मेरी 4 है जी खुली हुई सी, हुण मैं 6 खोल ली। 6 खोल के मैं ए तो रख के ते देखो आह मैं आर्क लगाती। एक पॉइंट देखो हुण दो आर्क्स कट गया ना, उन्नी देर पॉइंट फिक्स नहीं हुंदा। जिन्नी ये गल याद रखियो कि जिन्नी जदों तुसीं कोई पॉइंट होर फाइंड करना है, 2 पॉइंट तो तुहानूं बेस ते दित्ते भी होया करनगे ते 2 तुसीं उपरले लभने होया करनगे। जद तुसीं एक्सैस उस पॉइंट तक करना है जिथे तुहाडे 2 पॉइंट 2 लैंथ जिहड़ियां पहुंचदियां, 2 मैजरमेंट जिथों पता होण। तो इसलिए आप पहला ए तो बी तो पहला सी पता करना पिया आपां, फिर सी तो आपां ने डी ते ए ते सी दी यूज़ करके आपां ने फिर डी पॉइंट कढ़िया। तो हुण अपने कोल डी पॉइंट आ गया। तो हुण इन्हां नूं आपां मिला देना। ठीक है। तो ये अपने कोल की आ गया डी। ये जो बनन तो बाद तुसी अगला काम की करना है, सारी जिहड़े आपां जिन्ना जिन्ना माप बनाया है इनू बहुत सुंदर लिखाई दे विच इसनू लिख लेना है 5.5 सेंटीमीटर, यह है 7 सेंटीमीटर और 4 सेंटीमीटर और 6 सेंटीमीटर। ठीक है। इस तो बाद बच्चों तुसी स्टैप्स ऑफ कंस्ट्रक्शन भी देख सकते हो। जे तुहानूं जिवें स्टैप्स ऑफ कंस्ट्रक्शन किवें हुंदा है कि जिवें जिवें तुसी ये कंस्ट्रक्शन बनाई है उवें उवें लिख देना है सारे स्टैप्स एज इट इज़, जिवें जिवें तुसी आर्क्स लगाइयां नेगियां उवें उवें लिख देना है। ठीक है बच्चों। तो इस तरह आपां 5 मापां की सहायता नाल इसनूं बनाया है। आओ हुण इसका दूसरा क्वेश्चन देखते हैं इस एक्सरसाइज का। इस विच देखो बेटे की करना है, कंस्ट्रक्ट अ पैरेललोग्राम मोर। आपां कंस्ट्रक्शन दे विच जो पैरेललोग्राम बनानी है, क्वाड्रिलेटर बनानी है, उसका नाम की रखना है मोर, MORE। जिवें ABCD रखिया सी ना, हुण उवें MORE रखना है। तो देखो ये पर अपनी जी मैजरमेंट्स ने 3 ही दित्तियां होईयां ने, 3 नाल तो आप कोई भी पैरेललोग्राम होवे, कोई भी चतुर्भुज होवे बना ही नहीं सकते। सानू घट्टो घट्ट किन्ने मापां की लोड़ पैंदी है, 5 मापां की लोड़ पैंदी है। पर बेटे ये एक आपां नूं खासीयत देती जो असीं क्वाड्रिलेटर बनाउणी है, उहदी एक विशेषता है कि पैरेललोग्राम है। पैरेललोग्राम की हुंदी है जिस दियां अपोजिट साइड्स है जिहड़ियां वो बराबर हुंदियां। तुसीं एक रफ डायग्राम बनाओ, तुहानूं बहुत अच्छे तरह इहदा आइडिया हो जाएगा असीं किवें बनाउणी है। देखो उन्होंने नाम रखण नूं की कहा है MORE कंटीन्यूअस बनानी है, असीं तोड़ना नहीं हुंदा। कई बच्चे की करते हैं MORE इस तरह लिखते हैं, तो तुसीं इस तरह करके कंटीन्यूअस इहदा नाम लिखना है। हुण OR कितना है 6 सेंटीमीटर। जे OR 6 है तो EM है जिहड़ा ये भी 6 होएगा, क्योंकि पैरेललोग्राम दियां अपोजिट साइड्स है जिहड़ियां वो की हुंदियां बराबर हुंदियां ने। ठीक है। RE है जिहड़ा वो की हो गया 4.5। RE है जी यह कितनी है 4.5। जे RE 4.5 है तो MO भी 4.5 है। ठीक है। तो EO नैक्सट अपन की दिता हुआ है EO की है डायगनल। ठीक है। तो डायगनल है जिहड़ा यह अपन की दिता हुआ है 7.5। तो देखो ये भी अपन 5 मैजरमेंट्स हो गया ना, चारों साइड्स हो गया, एक डायगनल हो गया। ठीक है। पहला वाले क्वेश्चन नाल दा ही क्वेश्चन है ये। चलो आप इनू बना के देखते हैं। सब तो पहला असीं की करना है, MO लाइन खिंचांगे। MO कितनी खिंचांगे 4.5। MO असी लाइन बनावांगे 4.5। कोई भी लाइन ड्रॉ करनी है, कोई भी आर्क लगानी है, तुसी हमेशा 0 तो स्टार्ट करना है बच्चे। तो इस तो बाद 4.5 लै जाओ। ठीक है। 4 ਇਹਦਾ लाइन आप नाम की रखांगे MO। ठीक है 4.5। हुण इस तो बाद अपने कोले 2 पॉइंट तो आ गए M ते O, रह किहड़े गए मोर दे विचों M ते O तो आ गए, R ते E रह गए। हुण तुहाडे लई सोचण दी गल है कि असीं पहलां R पॉइंट लभीए कि E पॉइंट लभीए। हुण देखो तुहानूं रफ डायग्राम देख के अंदाजा लग रहा है पहलां E लभ्या जाऊगा कि R लभ्या जाऊगा, लग रहा है किवें। देखो अपने कोले स्टार्टिंग पॉइंट किहड़े ने M और O। M तो साडा ईजीली एक्सैस किहड़े पॉइंट तक है E तक,
क्योंकि M तो E नू M तो भी सड़क जा रही है तो O तो भी जा रही है। जे आप R ते पहुँचना होवे तो R ते O नू तो रस्ता हैगा है, ओ तो जे आप इत्थे खड़ के आर नू चलीए तो आर वास्ते तो सड़क बनी हुई है, पर एम तो नहीं बनी हुई। जां तो आप अपने को तो पॉइंट तो दो ही है ना, जां आप एम तो जा सकते हैं जां फिर ओ तो जा सकते हैं, ठीक है ना। तो इसलिए अपने को एम ते ओ दोनों नू पहुँचण लई ई दा जिहड़ा रस्ता हैगा दोनों तक पहुँचदा हैगा, ठीक है। तो इसलिए असीं पहलां किहड़ी बनावांगे पॉइंट, किहड़ा फाइंड आउट करांगे, ई। तो ई ते पहुँचण लई की करना आपां, देखो आप लाइन है जिहड़ी 6 दित्ती हुई है, तो पहला मैं की करूँगी 6 सेंटीमीटर प्रकार खोल लूँगी, ठीक है। 6 खोल ली, देखो 6 खोल ली ना, 6, ओके। तो M 6 कित्थों लगानी है, M तो के O तो, M तो असी लगाई 6 दी आर्क लगाई। फिर इस तो बाद E ते ही पहुँचना, तो O तो जिहड़ा रस्ता जांदा है वो किन्ने सेंटीमीटर लंबा है, 7.5। तो फिर आप 7.5 की आर्क होर लगावांगे। हुण पहला मेरी जिहड़ी कंपस सी वो 6 खुली हुई सी, मैं थोड़ा जिहा होर वधा लिया, तो ये हुण कितना बन गया 7.5। तो मैं O ते रखिया, तो यह कितना बन गया 7.5। देखो दोनों आर्क्स कट गई। जिन्नी देर पॉइंट्स कोई भी आप तुसी पॉइंट फिक्स नहीं करना। जे हुण मेरे को इक्को ही आर्क हुंदी, मैनूं की पता सीगा ई इत्थे लगावां कि इत्थे कि इत्थे कि इत्थे कि इत्थे, बहुत सारे पॉइंट है जिहड़े ई बन सकते हैं, पर हुण की होया पॉइंट फिक्स हो गया, ई ए वाला है जिथे दोनों आर्क्स कट गई, ये पॉइंट हो गया ई। इन्हां दोनों नूं तुसी कंबाइन कर दिओ, ठीक है। फिर इस तो बाद असी किहड़ा पॉइंट रह गया लभन वाला, आर। देखो हुण आर की सानू डायरैक्शन भी पता है कि असी इधर नूं आर्क्स लगाणियां ने, इधर नूं नहीं लगाणियां, इधर नूं नहीं लगाणियां। रफ डायग्राम का यही फायदा है कि सानू एक तो डायरैक्शन पता लग जाती है भी असी आपदियां आर्क्स है जिहड़ियां किहड़ी डायरैक्शन च लगाणियां ने, और दूसरा ये पता लग जाता है कि सानू तीसरा पॉइंट है जिहड़ा वो पहला किहड़ा लभ्या जाएगा, भी ई लभ्या जाएगा कि आर। पहला पॉइंट ये हो गया, दूसरा ये हो गया, एक इन्हां चों तीसरा बनेगा, एक चौथा बनेगा। तीसरे ते हुण अपने कोले किहड़ा पिछली डायग्राम जो बनाई सी आपां उहदे विच तीसरा पॉइंट सी पहला लभ्या सी, ते हुण जिहड़ा ए वाला डायग्राम है इहदे विच ई है तीसरे नंबर ते, जिहड़ा आपां पहला लभ्या तीसरा पॉइंट, तां ई बनेगा, ठीक है। तो हुण अपने आर दियां चापां लगाणियां ने। आर किवें बनावांगे बेटे, 6 प्रकार खोल के ओ तो लगावांगे। पहला हुण मैं 6 खोलूंगी प्रकार, ठीक है, तो ओ ते रखिया, इस तरह आर्क लगाती। वैसे अपनी 6 देखो आ खुली भी पई है, जे तुसीं इहदे तो ही मिन के हुण आपां अगली चाप किहड़ी लगानी है, अपने कोले ई तो रख के आर दी 4.5। तो ई अपने कोले क्योंकि पॉइंट फिक्स हैगा, तो 4.5 अपने कोले खुली पई है, चाहे इत्थों मिन के तुसीं लगा सकते हो। तो 4.5 है जिहड़ी, ये मैं ई तो रखिया तो आ जिहड़ी आर्क लगाती। देखो हुण ये पॉइंट किहड़ा आ गया, आर, ठीक है। हुण आर पॉइंट लभना सी, आर ते दो रोड्स किहड़ियां आ रही, एक तो ओ तो जा रही है, एक ई तो जा रही है, तो इस करके आपां एक ई तो लगावांगे चाप, एक ओ तो लगावांगे। तो इहनूं जदों आपां ज्वाइन करांगे तुसीं, तो देखो ये एक क्वाड्रीलेटरल बन जूगी। क्वाड्रीलेटरल एक इहनूं पंजाबी च बच्चों समान अंतर चतुर्भुज कहंदे आ, ठीक है, समान अंतर चतुर्भुज। देखो हुण आपां इहदा नाम रख लिया। इस तो बाद तुहानूं की कहा सी की करना है, तुसीं इस दे सारे जिहड़ियां मैजरमेंट्स ने वो लिख देनियां ने। फिर इस तो बाद की करना हैगा, स्टैप्स ऑफ कंस्ट्रक्शन लिखने हैं। 7.5 सेंटीमीटर, ठीक है। ये नाल दे 2 क्वेश्चन होर है, वो भी इस तरह ही है। हुण 4th क्वेश्चन है बेटे, जिहदे विच असीं रोम्बस की रचना करनी है। जिवें ये की है पैरेललोग्राम। पैरेललोग्राम की हुंदा, जिस दियां अपोजिट साइड्स है जिहड़ियां वो बराबर हुंदियां ने। तां हुण अगे 4th क्वेश्चन है जो, उहदे विच असीं रोम्बस की रचना करनी है। रोम्बस की हुंदी है, जिस दियां चारों साइड्स इक्वल हुंदियां ने। तां उहदे विच देखो, उहदे विच मैजरमेंट भी देखो तुहानूं 2 ही दित्तियां होईयां ने। उहदे च दित्ता होया है BE इज इक्वल टू 4.5 एंड ET इज इक्वल टू 6 सेंटीमीटर है दोनों ये। तो देखो जो आपां इहदा नाम की रखना, देखो बेस्ट, इस क्वेश्चन दे विच जिहड़ी रोम्बस की आपां कंस्ट्रक्शन करनी है, उहदा नाम की रखना है, बेस्ट, ठीक है, बेस्ट। तो सब तो पहला काम की है तुहाडा, रफ डायग्राम। रफ डायग्राम बना ली। रफ डायग्राम का नाम की रखिया, BEST, ओके। हुण BE है जिहड़ी ये हैगी है 4.5। तुसीं ये नहीं सोचना कि साडा रफ डायग्राम तो होर तरह का बनिया, एक्चुअल डायग्राम है होर तरह का बनिया।
ਐਕਚੁਅਲ ਡਾਇਗਰਾਮ ਤਾਂ ਤੁਹਾਡਾ ਐਕਚੁਅਲ ਬਣੇਗਾ, ਰਫ ਡਾਇਗਰਾਮ ਰਫ ਹੈ, ਇਸ ਲਈ ਤੁਸੀਂ ਇੱਕ ਵਾਰੀ ਜੋ ਵੀ ਤੁਹਾਡੇ ਮਨ 'ਚ ਜਿਵੇਂ ਵੀ ਬਣਦੀ ਹੈ ਤੁਸੀਂ ਇੱਕ ਵਾਰੀ ਬਣਾ ਲੈਣਾ। ਜੇ BE 4.5 ਹੈ ਤਾਂ ਇਹ ਵੀ 4.5 ਹੋਏਗੀ, ਇਹ ਵੀ 4.5 ਹੋਏਗੀ, ਇਹ ਵੀ 4.5 ਹੋਏਗੀ। ਕਿਉਂ? ਕਿਉਂਕਿ ਵੀ ਆਰ ਕੰਸਟਰਕਟਿੰਗ ਅ ਰੋਮਬਸ। ਰੋਮਬਸ ਦੇ ਵਿੱਚ ਕੀ ਹੁੰਦਾ ਹੈਗਾ, ਚਾਰੋਂ ਸਾਈਡਸ ਹੈ ਜਿਹੜੀਆਂ ਉਹ ਬਰਾਬਰ ਹੁੰਦੀਆਂ। ਉਸ ਤੋਂ ਅੱਗੇ ਕੀ ਹੈ ਬੇਟਾ, ET ਕਿਹੜੀ ਲਾਈਨ ਹੈ ਆਪਣੇ ਕੋਲੇ, ਡਾਇਗਨਲ। ਇਹ ਕਿੰਨਾ ਹੈ 6 ਸੈਂਟੀਮੀਟਰ ਦਾ। ਦੇਖੋ 5 ਮੈਜਰਮੈਂਟਸ ਹੋ ਗਈਆਂ ਕਿ ਨਾ, 4 ਸਾਈਡਸ ਪਲੱਸ 1 ਡਾਇਗਨਲ। ਤਾਂ ਇਹ ਵੀ ਉਸੇ ਤਰ੍ਹਾਂ ਹੀ ਬਣਨਾ ਹੈ। ਜੇ ਤੁਸੀਂ ਰਫ ਡਾਇਗਰਾਮ ਬਣਾ ਲਓਗੇ ਤੁਹਾਡੇ ਮਨ ਦੇ ਵਿੱਚ ਪਹਿਲਾਂ ਹੀ ਕੰਸਟਰਕਸ਼ਨ ਹੋ ਜਾਣੀ ਹੈ ਕਿ ਇਸ ਤਰ੍ਹਾਂ ਹੋਏਗੀ ਕੰਸਟਰਕਸ਼ਨ। ਦੇਖੋ ਪਹਿਲਾਂ ਤੁਸੀਂ ਕੀ ਕਰੋਗੇ, BE 4.5 ਲੈ ਲਓਗੇ, ਫਿਰ ਇਸ ਤੋਂ ਬਾਅਦ T ਪੁਆਇੰਟ ਤੁਹਾਡੇ ਮਨ 'ਚ ਹੁਣ ਕੀ ਕਨਫਿਊਜ਼ਨ ਹੈ ਵੀ ਅਸੀਂ S ਦੀਆਂ ਆਰਕਸ ਪਹਿਲਾਂ ਲਗਾਈਏ ਕਿ T ਦੀਆਂ। ਤਾਂ ਹੁਣ ਤਾਂ ਤੁਹਾਨੂੰ ਸਮਝ ਲੱਗ ਗਿਆ ਹੋਣਾ ਕਿ ਅਸੀਂ ਪਹਿਲਾਂ ਕਿਹੜਾ ਪੁਆਇੰਟ ਫਾਈਂਡ ਆਊਟ ਕਰਾਂਗੇ, T। ਠੀਕ ਹੈ, ਪਹਿਲਾਂ T ਫਾਈਂਡ ਆਊਟ ਕਰਾਂਗੇ। ਕਿਉਂ? ਕਿਉਂਕਿ T ਤੱਕ ਆਪਣੇ ਕੋਲੇ 2 ਰਸਤੇ ਪਹਿਲਾਂ ਪਹੁੰਚ ਰਹੇ ਨੇ। ਤਾਂ ਫਿਰ ਆਪਾਂ B ਤੋਂ 4.5 ਦੀ ਇੱਕ ਆਰਕ ਲਗਾਵਾਂਗੇ, ਫਿਰ 6 ਸੈਂਟੀਮੀਟਰ ਦੀ E ਤੇ ਰੱਖ ਕੇ ਇਸ ਤਰ੍ਹਾਂ ਕਰਕੇ ਆਰਕ ਲਗਾਵਾਂਗੇ ਤਾਂ T ਪੁਆਇੰਟ ਆ ਗਿਆ। ਫਿਰ T ਤੋਂ ਬਾਅਦ ਆਪਾਂ S ਲੱਭਣਾ ਹੈ। S ਤੋਂ ਆਪਾਂ T ਤੋਂ ਕਿੰਨੇ ਦੀ ਆਰਕ ਲਗਾਣੀ ਹੈ, 4.5 ਦੀ। ਇੱਥੋਂ ਵੀ 4.5 ਦੀ ਆਰਕ ਲਗਾਓ ਤਾਂ ਤੁਹਾਡੇ ਕੋਲ ਇੱਕ ਰੋਮਬਸ ਹੈ ਜਿਹੜੀ ਉਹ ਤਿਆਰ ਹੋ ਜਾਏਗੀ। ਇਸੇ ਤਰ੍ਹਾਂ ਅਸੀਂ ਦੂਜਾ ਕੁਐਸਚਨ ਕਰਾਂਗੇ ਜਿਸ ਵਿੱਚ ਅਸੀਂ ਇੱਕ ਕੁਆਡਰੀਲੇਟਰਲ ਦੀ ਰਚਨਾ ਕਰਨੀ ਹੈ ਜਿਸ ਦਾ ਨਾਮ ਅਸੀਂ ਰੱਖਣਾ ਹੈ ਜੰਪ। ਕੀ ਰੱਖਣਾ ਹੈ, ਜੰਪ, JUMP। ਤਾਂ ਅਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ, ਰਫ ਡਾਇਗਰਾਮ ਬਣਾਉਣਾ ਹੈ। ਰਫ ਡਾਇਗਰਾਮ ਦਾ ਨਾਮ ਰੱਖਾਂਗੇ JUMP। JU 3.5, UM 4, MP 5, PJ 4.5, PU ਹੈ ਬੇਟੇ ਇਹ ਕੀ ਹੈ, ਡਾਇਗਨਲ ਹੈ। ਇਹ ਕੀ ਹੋਗਾ ਆਪਣੇ ਕੋਲੇ 6.5। ਤਾਂ ਹੁਣ ਤੁਹਾਨੂੰ ਪਤਾ ਹੈਗਾ, ਦੇਖੋ 5 ਮੈਜਰਮੈਂਟਸ ਹੋ ਗਈਆਂ ਆਪਣੇ ਕੋਲੇ। ਤਾਂ ਪਹਿਲਾਂ JU ਹੈ, ਦੇਖੋ ਅਸੀਂ 3.5 ਹੈ ਜਿਹੜਾ ਉਹ ਲਿਖ ਲੈਣਾ। 3.5 ਸੈਂਟੀਮੀਟਰ ਲਾਈਨ ਹੈ ਜਿਹੜੀ ਮੈਂ JU ਲਾ ਲਈ। ਹੁਣ ਦੇਖੋ ਪਹਿਲਾਂ ਅਸੀਂ ਕਿਹੜਾ ਪੁਆਇੰਟ ਲੱਭਾਂਗੇ, P। ਦੇਖੋ J ਤੋਂ ਵੀ P ਤੱਕ ਆਰਕ ਲੱਗ ਸਕਦੀ ਹੈ ਔਰ U ਤੋਂ ਵੀ P ਦਾ ਰਸਤਾ ਬਣਿਆ ਹੋਇਆ ਹੈ। ਤਾਂ ਅਸੀਂ ਪਹਿਲਾਂ P ਦੀ ਆਰਕ ਲਗਾਵਾਂਗੇ। ਕਿਵੇਂ ਲਗਾਵਾਂਗੇ, J ਤੋਂ 4.5 ਹੈ J ਤੋਂ। ਠੀਕ ਹੈ, J ਤੋਂ ਮੈਂ ਲਾਤੀ 4.5 और U तो लगाई 6.5। ठीक है, तो U तो मेरी बनी 6.5। जे तुहाडी आर्क है जिवें मेरी देखो एक दूजे नाल कट नहीं हुई, तो तुसीं पहलां वाली आर्क है जो वो थोड़ी जी कर सकते हो एडजस्ट। तो इन्हां नूं आपस विच मिलाता। ठीक है, ये पॉइंट तुहाडा की बन गया, P। ओके, ठीक है, P पॉइंट बन गया। हुण किहड़ा रह गया, M तो असी पहला 4 की एक 5 की चाप लगानी है, एक 4 की लगानी है। तो पहला मैं 5 खोल के जो मर्जी लगा सकते हो पहला वैसे। तो इधर मेरी गई 5 की। ठीक है, फिर इस तो बाद 4 सेंटीमीटर खोलिया। ठीक है, तो ये अपने को की पॉइंट आया, M। ओके, तो डायग्राम है कुछ इस तरह का बनेगा। तुसी इस तो बाद की करना है, इसकी सारी लेबलिंग करके और ये स्टैप्स ऑफ कंस्ट्रक्शन है जोड़े वो भी लिखने हैं। ठीक है बच्चों, मैनू उम्मीद है तुहानू ये बहुत अच्छी तरह समझ लगी होएगी। तो देख लो एक बार तुसी सारे ये डायग्राम है जो इस तरह के बनने हैं। ठीक है, ध्यान नाल मेरे नाल ही बनाने हैं, वीडियो नू रोक के। तो इस तरह ना होवे कि तुसी देख लो बस एक बार, फिर भी जे कोई दिक्कत आई तो मैनू पूछ लियो फ़ोन करके। ओके।